ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਦਿ ਪੁਰਖ ਆਦੇਸ ਕਰ, ਆਦਿ ਪੁਰਖ ਆਦੇਸ ਕਰਾਇਆ। ਏਕ ਓੰਕਾਰ ਅਕਾਰ ਕਰ, ਗੁਰ ਗੋਬਿੰਦ ਨਾਉ ਸਦਵਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਨਿਰਗੁਣ ਸਰਗੁਣ ਅਲਖ ਲਖਾਇਆ। ਸਾਧ ਸੰਗਤ ਆਰਾਧਿਆ, ਭਗਤ ਵਸ਼ਲ ਹੋਏ ਅਛਲ ਛਲਾਇਆ। ਓੰਕਾਰ ਅਕਾਰ ਕਰ, ਇਕ ਕਵਾਉ ਪਸਾਉ ਪਸਾਇਆ। ਰੋਮ ਰੋਮ ਵਿੱਚ ਰਖਿਓਨ, ਕਰ ਬ੍ਰਹਿਮੰਡ ਕਰੋੜ ਸਮਾਇਆ। ਸਾਧ ਜਨਾ ਗੁਰ ਚਰਨ ਧਿਆਇਆ, ਸਾਧ ਜਨਾ ਗੁਰ ਚਰਨ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ, ਦੀਨਾ ਬੰਧੂ ਜੋਤੀ ਸਵੈਰੂਪ। ਚਵਰ ਛਤਰ ਤਖਤ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਹੁਣ ਤੱਕ ਆਪ ਜੀ 24 ਵਾਰਾਂ ਦੀ ਵਿਚਾਰ ਸਰਵਣ ਕਰ ਚੁੱਕੇ ਹੋ। ਅੱਜ 25ਵੀਂ ਵਾਰ ਆਰੰਭ ਹੋਈ ਹੈ। ਪਹਿਲੀ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮੰਗਲ ਕਰਦੇ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਅਕਾਲ ਪੁਰਖ ਪਰਮਾਤਮਾ ਨੇ ਹੀ ਸਤਿਗੁਰਾਂ ਦਾ ਸਵਰੂਪ ਧਾਰਨ ਕੀਤਾ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਚੇਤਨ ਸੱਤਾ ਦੇਣ ਵਾਲਾ ਹੈ। ਸਤਿਗੁਰ ਪ੍ਰਸਾਦ, ਫਿਰ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ। ਆਦਿ ਪੁਰਖ ਆਦੇਸ ਕਰ, ਆਦਿ ਪੁਰਖ ਆਦੇਸ ਕਰਾਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਆਦਿ ਪੁਰਖ ਆਦੇਸ ਕਰ। ਆਦਿ ਪੁਰਖ ਕੌਣ ਹੈ? ਪਰਮਾਤਮਾ। ਆਦੇਸ ਦਾ ਅਰਥ ਹੁੰਦਾ ਨਮਸਕਾਰ ਕਰਨੀ, ਮੱਥਾ ਟੇਕਣਾ। ਗੁਰੂ ਨੇ ਆਦਿ ਪੁਰਖ ਪਰਮਾਤਮਾ ਨੂੰ ਨਮਸਕਾਰ ਕੀਤੀ ਹੈ ਤੇ ਪਰਮਾਤਮਾ ਨੇ ਕੀ ਰਹਿਮਤ ਕੀਤੀ?
ਆਦਿ ਪੁਰਖ ਆਦੇਸ ਕਰਾਇਆ। ਆਦਿ ਪੁਰਖ ਅਕਾਲ ਪੁਰਖ ਪਰਮਾਤਮਾ ਨੇ ਸਾਰੇ ਸੰਸਾਰ ਤੋਂ ਗੁਰੂ ਨੂੰ ਨਮਸਕਾਰ ਕਰਵਾਈ ਹੈ। ਗੁਰੂ ਨੇ ਪਰਮਾਤਮਾ ਨੂੰ ਮੱਥਾ ਟੇਕਿਆ ਤੇ ਪਰਮਾਤਮਾ ਨੇ ਸਾਰੀ ਦੁਨੀਆ ਗੁਰੂ ਅੱਗੇ ਝੁਕਾ ਦਿੱਤੀ। ਸਾਰੇ ਗੁਰੂ ਨੂੰ ਨਮਸਕਾਰਾਂ ਕਰਦੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੈ, ਰੱਬ ਬੋਲ ਕੇ ਇਹ ਗੱਲ ਕਹਿੰਦਾ ਹੈ ਵੀ ਐ ਫਰੀਦ, ਜੇ ਤੂੰ ਮੇਰਾ ਹੋ ਜਾਵੇਂਗਾ ਤਾਂ ਮੈਂ ਸਾਰੀ ਦੁਨੀਆ ਤੇਰੇ ਚਰਨਾਂ 'ਤੇ ਝੁਕਾ ਦੇਵਾਂਗਾ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਹੈ, ਸਭ ਜਗ ਤੇਰਾ ਹੋਏ। ਰੱਬ ਇਹ ਗੱਲ ਬੋਲ ਕੇ ਕਹਿੰਦਾ ਕਿ ਜੇ ਤੂੰ ਮੇਰਾ ਬਣ ਜਾਵੇਂ ਤੇ ਸਾਰੀ ਦੁਨੀਆ ਤੇਰੀ ਹੋ ਜਾਵੇਗੀ। ਸੋ ਗੁਰੂ ਨੇ ਪਰਮਾਤਮਾ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ। ਪਰਮਾਤਮਾ ਨੇ ਸਾਰੇ ਜਗਤ ਤੋਂ, ਸਾਰੇ ਸੰਸਾਰ ਤੋਂ ਗੁਰੂ ਨੂੰ ਨਮਸਕਾਰ ਕਰਵਾਈ ਹੈ। ਏਕੰਕਾਰ ਅਕਾਰ ਕਰ, ਗੁਰ ਗੋਬਿੰਦ ਨਾਉ ਸਦਵਾਇਆ। ਨਿਰੰਕਾਰ ਪਰਮਾਤਮਾ ਨੇ ਆਪਣਾ ਆਕਾਰ ਬਣਾਇਆ, ਉਹਨੇ ਆਪਣਾ ਸਵਰੂਪ ਸਰੀਰ ਬਣਾਇਆ। ਗੁਰ ਗੋਬਿੰਦ ਨਾਉ ਸਦਵਾਇਆ, ਤੇ ਆਪਣਾ ਨਾਮ ਪਰਮਾਤਮਾ ਨੇ ਗੁਰੂ ਹਰਗੋਬਿੰਦ ਸਦਵਾਇਆ, ਭਾਵ ਅਖਵਾਇਆ। ਭਾਈ ਗੁਰਦਾਸ ਜੀ ਦਾ ਕਹਿਣ ਦਾ ਮਤਲਬ ਇਹ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਅਕਾਲ ਪੁਰਖ ਪਰਮੇਸ਼ਰ ਹਨ। ਪਰਮਾਤਮਾ ਨੇ ਹੀ ਇਹ ਸਵਰੂਪ ਧਾਰਨ ਕੀਤਾ ਤੇ ਪਰਮਾਤਮਾ ਨੇ ਆਪਣਾ ਨਾਮ ਗੁਰੂ ਹਰਗੋਬਿੰਦ ਅਖਵਾਇਆ ਹੈ ਸੰਸਾਰ ਦੇ ਵਿੱਚ। ਪਾਰ ਬ੍ਰਹਮ ਪੂਰਨ ਬ੍ਰਹਮ, ਨਿਰਗੁਣ ਸਰਗੁਣ ਅਲਖ ਲਖਾਇਆ। ਪਾਰ ਬ੍ਰਹਮ ਜੋ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ, ਉਸ ਨੇ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕੀਤਾ। ਨਿਰਗੁਣ ਰਜੋ ਤਮੋ ਸਤੋ ਤਿੰਨਾਂ ਗੁਣਾਂ ਤੋਂ ਰਹਿਤ ਸਰਗੁਣ ਸਵਰੂਪ ਧਾਰਨ ਕੀਤਾ, ਭਾਵ ਇਹ ਸਰੀਰ, ਇਹ ਆਕਾਰ ਧਾਰਿਆ ਤੇ ਇਹ ਸਰਗੁਣ ਸਰੂਪ ਧਾਰਨ ਕਰਕੇ ਅਲਖ ਲਖਾਇਆ। ਆਪਣਾ ਜੋ ਅਲਖ ਸਵਰੂਪ ਸੀ ਉਹ ਪਰਮਾਤਮਾ ਨੇ ਬੰਦਗੀ ਵਾਲੀਆਂ ਰੂਹਾਂ ਨੂੰ ਜਣਾਇਆ ਹੈ ਉਹ ਅਲਖ ਜਾਣਿਆ ਨਹੀਂ ਜਾਂਦਾ, ਪਰ ਜਦੋਂ ਉਹ ਆਪਣਾ ਆਪ ਜਣਾਉਣ 'ਤੇ ਆ ਜਾਵੇ ਤਾਂ ਫਿਰ ਬੰਦਗੀ ਇਬਾਦਤ ਵਾਲਿਆਂ ਨੂੰ ਉਹ ਆਪਣਾ ਅਲਖ ਸਵਰੂਪ ਉਹਦੇ ਬਾਰੇ ਦੱਸ ਦਿੰਦਾ ਹੈ, ਜਣਾ ਦਿੰਦਾ, ਉਹਨਾਂ ਨੂੰ ਸਮਝ ਤੇ ਸੋਝੀ ਬਖਸ਼ ਦਿੰਦਾ ਹੈ। ਸਾਧ ਸੰਗਤ ਆਰਾਧਿਆ, ਭਗਤ ਵਸ਼ਲ ਹੋਏ ਅਛਲ ਛਲਾਇਆ। ਤੇ ਪਰਮਾਤਮਾ ਨੂੰ ਸਰਗੁਣ ਸਰੂਪ ਧਾਰ ਕੇ ਆਉਣ ਦੀ ਕੀ ਲੋੜ ਪਈ? ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਨੇ ਆਰਾਧਨਾ ਕੀਤੀ, ਸਾਧ ਸੰਗਤ ਨੇ ਚੇਤੇ ਕੀਤਾ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਅਰਦਾਸ ਕੀਤੀ ਤਾਂ ਉਹਨੇ ਸਵਰੂਪ ਧਾਰ ਕੇ ਆਉਣਾ ਕੀਤਾ। ਸਾਧ ਸੰਗਤ ਆਰਾਧਿਆ, ਭਗਤ ਵਸ਼ਲ ਹੋਏ ਅਛਲ ਛਲਾਇਆ। ਭਗਤ ਵਸ਼ਲ ਹੋ ਕਰਕੇ ਪਰਮਾਤਮਾ ਜੋ ਅਛਲ ਹੈ ਉਹਨੇ ਆਪਣਾ ਆਪ ਛਲਾ ਲਿਆ। ਭਗਤ ਵਸ਼ਲ ਕਹਿੰਦੇ ਹੈ ਜੋ ਭਗਤਾਂ ਨੂੰ ਪਿਆਰ ਕਰਦਾ ਹੈ, ਭਗਤੀ ਨੂੰ ਪਿਆਰ ਕਰਦਾ ਹੈ, ਉਹਦਾ ਇਹ ਬਿਰਧ ਹੈ ਭਗਤ ਵਸ਼ਲ ਹੈ। ਉਹ ਅਛਲ, ਉਹਨੂੰ ਕੋਈ ਛਲ ਨਹੀਂ ਸਕਦਾ, ਪਰ ਉਹਨੇ ਆਪਣਾ ਆਪ ਛਲਾ ਲਿਆ। ਭਾਵ ਇਹ ਹੈ ਵੀ ਭਗਤਾਂ ਦੇ ਅਧੀਨ ਹੋ ਗਿਆ, ਉਹਨਾਂ ਦੇ ਪ੍ਰੇਮ ਕਰਕੇ ਉਹਨਾਂ ਦੇ ਵੱਸ ਵਿੱਚ ਹੋ ਗਿਆ। ਸੋ ਇੰਨਾ ਪਿਆਰ ਭਗਤਾਂ ਦੇ ਅੰਦਰ ਕਿ ਪਰਮਾਤਮਾ ਫਿਰ ਉਹਨਾਂ ਦੇ ਬੋਲ,
ਮੋੜਦਾ ਨਹੀਂ ਕਦੇ, ਇਨਕਾਰ ਨਹੀਂ ਕਰਦਾ। ਭਗਤਾਂ ਦੇ ਪ੍ਰੇਮ ਦੇ ਵਸੀਕਾਰ ਹੋ ਜਾਂਦਾ ਹੈ ਪਰਮਾਤਮਾ। ਓੰਕਾਰ ਆਕਾਰ ਕਰ, ਇੱਕ ਕਵਾਓ ਪਸਾਓ ਪਸਾਇਆ। ਸੋ ਇਹ ਸਾਰਾ ਸੰਸਾਰ ਦਾ ਜੋ ਪਸਾਰਾ ਹੈ, ਇਹ ਇੱਕ ਓੰਕਾਰ ਜੋ ਪਰਮੇਸ਼ਰ ਹੈ, ਉਸਨੇ ਆਪਣੇ ਇੱਕ ਬਚਨ ਦੇ ਨਾਲ, ਇੱਕ ਵਾਕ ਦੇ ਨਾਲ ਸਾਰਾ ਪਸਾਰਾ ਪਸਾਰ ਦਿੱਤਾ ਹੈ। ਰੋਮ ਰੋਮ ਵਿੱਚ ਰੱਖਿਓਨ, ਕਰ ਬ੍ਰਹਿਮੰਡ ਕਰੋੜ ਸਮਾਇਆ। ਪਰਮੇਸ਼ਰ ਨੇ ਆਪਣੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦੀ ਸਮਾਈ ਕਰਕੇ ਰੱਖੀ ਹੈ। ਉਹਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਹਨ। ਆਪ ਕਿੱਡਾ ਕੁ ਵੱਡਾ ਹੈ, ਇਹਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਜਿਹਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਨੇ, ਪਤਾ ਨਹੀਂ ਕਿੰਨੇ ਕੁ ਰੋਮ ਨੇ ਅਤੇ ਕਿੰਨੇ ਕੁ ਬ੍ਰਹਿਮੰਡ ਨੇ ਜਿਹੜੇ ਉਹਨੇ ਸਿਰਜੇ ਨੇ। ਸਾਧ ਜਨਾ ਗੁਰ ਚਰਨ ਧਿਆਇਆ। ਭਾਈ ਗੁਰਦਾਸ ਜੀ ਫਰਮਾਉਂਦੇ, ਇਹ ਜਿਹੜੀ ਸੋਝੀ ਹੈ, ਇਹ ਜਾਣਕਾਰੀ ਕਿਹਨਾਂ ਨੂੰ ਮਿਲਦੀ ਹੈ? ਜਿਹੜੇ ਸਾਧ ਜਨਾਂ ਦੀ ਸੰਗਤ ਕਰਦਿਆਂ ਹੋਇਆਂ ਗੁਰੂ ਦੇ ਚਰਨਾਂ ਨੂੰ ਧਿਆਉਂਦੇ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਕੇ ਗੁਰੂ ਚਰਨਾਂ ਦਾ ਧਿਆਨ ਧਾਰਿਆ, ਗੁਰੂ ਚਰਨਾਂ ਦੇ ਨਾਲ ਜੁੜੇ, ਉਹਨਾਂ ਨੂੰ ਇਸ ਗੱਲ ਦੀ ਸੋਝੀ ਹੋ ਗਈ ਪਰਮਾਤਮਾ ਕਰੋੜਾਂ ਬ੍ਰਹਿਮੰਡਾਂ ਦਾ ਸਿਰਜਣ ਵਾਲਾ ਹੈ। ਉਹਦੀ ਤਾਕਤ ਅਥਾਹ ਹੈ, ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਹੀ ਸਾਰਿਆਂ ਨੂੰ ਜੀਵਨ ਦੇਣ ਵਾਲਾ ਹੈ, ਕਿਸੇ ਵੀ ਰੂਪ ਦੇ ਵਿੱਚ ਉਹ ਜੀਵਨ ਬਖਸ਼ਦਾ ਹੈ। ਸੋ ਇਹ ਸੋਝੀ ਗੁਰੂ ਦੇ ਚਰਨਾਂ ਦੇ ਧਿਆਉਣ ਨਾਲ ਹੁੰਦੀ ਹੈ। ਅਗਲੀ ਦੂਸਰੀ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਗੁਰਮੁਖ ਮਾਰਗ ਦਾ ਜ਼ਿਕਰ ਕਰਦੇ ਹੈ। ਗੁਰਮੁਖਾਂ ਦਾ ਜੋ ਰਸਤਾ ਹੈ, ਜਿਸ ਰਾਹ ਦੇ ਉੱਤੇ ਗੁਰਮੁਖ ਪਿਆਰੇ ਤੁਰਦੇ ਹੈ। ਗੁਰਮੁਖ ਮਾਰਗ ਪੈਰ ਧਰ, ਦਹਿ ਦਿਸ ਬਾਰਹਿ ਵਾਟ ਨਾ ਧਾਇਆ। ਜਿਨ੍ਹਾਂ ਨੇ ਗੁਰਮੁਖਾਂ ਦੇ ਰਸਤੇ ਦੇ ਉੱਤੇ ਪੈਰ ਰੱਖ ਲਿਆ, ਉਹ ਫਿਰ ਦਸਾਂ ਦਿਸ਼ਾਵਾਂ ਦੇ ਵਿੱਚ ਅਤੇ 12 ਵਾਟ ਜੋ ਜੋਗੀਆਂ ਦੇ 12 ਪੰਥ ਹਨ, ਉਹਨਾਂ ਵੱਲ ਦੌੜਦੇ ਭੱਜਦੇ ਨਹੀਂ ਹਨ। ਉਹ ਫਿਰ ਇੱਕ ਦੇ ਉੱਤੇ ਟੇਕ ਰੱਖਦੇ ਹੈ। ਜਿਹੜੇ ਗੁਰਮੁਖ ਮਾਰਗ 'ਤੇ ਕਦਮ ਰੱਖ ਲੈਂਦੇ ਹੈ, ਦਸਾਂ ਦਿਸ਼ਾਵਾਂ ਵਿੱਚ ਭਟਕਦੇ ਨੇ। 4 ਦਿਸ਼ਾਵਾਂ ਤਾਂ ਆਪਾਂ ਪੂਰਬ ਪੱਛਮ ਉੱਤਰ ਦੱਖਣ, 4 ਹੀ ਇਹਨਾਂ ਦੀਆਂ ਨੁਕਰਾਂ ਨੇ। 8 ਇੱਕ ਆਕਾਸ਼ ਅਤੇ ਇੱਕ ਪਤਾਲ, 2 10। ਸੋ ਇਹ 10 ਦਿਸ਼ਾਵਾਂ ਦੇ ਵਿੱਚ ਉਹ ਕਦੇ ਵੀ ਭਟਕਦੇ ਨਹੀਂ, ਇੱਕ ਦੇ ਉੱਤੇ ਹੀ ਆਪਣਾ ਨਿਸ਼ਚਾ ਰੱਖਦੇ ਹੈ। ਪਰ ਦੁਨੀਆ ਦੇ ਲੋਕ, ਸੁਭਾਅ ਸੰਸਾਰ ਦੇ ਲੋਕਾਂ ਦਾ ਐਸਾ ਬਣਿਆ, ਜੇ ਕੋਈ 4 ਕੁ ਦਿਨ ਗੁਰੂ ਦੇ ਦਰ 'ਤੇ ਆਉਂਦਾ ਹੈ, ਉਹਦੀ ਅਰਦਾਸ ਪੂਰੀ ਨਾ ਹੋਈ ਜਾਂ ਉਹਦੀ ਜੋ ਮਨ ਦੀ ਮੁਰਾਦ ਉਹ ਪੂਰੀ ਨਾ ਹੋਈ, ਉਹ ਫਿਰ ਆਉਣਾ ਹੀ ਛੱਡ ਦਿੰਦਾ ਹੈ ਕਿ ਮੇਰੀ ਤਾਂ ਇਹ ਅਰਦਾਸ ਹੀ ਨਹੀਂ ਪੂਰੀ ਹੋਈ। ਭਾਈ ਗੁਰਦਾਸ ਜੀ ਕਹਿੰਦੇ ਉਹ ਗੁਰਮੁਖ ਵਾਲੇ ਮਾਰਗ 'ਤੇ ਕਦਮ ਨਹੀਂ ਰੱਖਿਆ। ਉਹ ਸਵਾਰਥ ਵਾਸਤੇ ਆਇਆ ਸੀ, ਉਹਦਾ ਸਵਾਰਥ ਪੂਰਾ ਨਹੀਂ ਹੋਇਆ, ਚਲਿਆ ਗਿਆ। ਅਤੇ ਜਿਨ੍ਹਾਂ ਦਾ ਪ੍ਰੇਮ ਹੋਵੇ ਸਤਿਗੁਰੂ ਦੇ ਨਾਲ, ਉਹ ਤਾਂ ਬੰਦ ਬੰਦ ਕੱਟਿਆ ਜਾਵੇ, ਕਦੇ ਗੁਰੂ ਤੋਂ ਮੁੱਖ ਨਹੀਂ ਮੋੜਦੇ। ਸੀਸ 'ਤੇ ਆਰਾ ਚੱਲ ਪਵੇ, ਕਦੇ ਗੁਰੂ ਤੋਂ ਮੁੱਖ ਨਹੀਂ ਮੋੜਦੇ। ਇੱਥੇ ਦੁਨੀਆ ਦੇ ਪਦਾਰਥਾਂ ਵਾਸਤੇ ਲੋਕ ਆਉਂਦੇ ਹੈ, ਬਹੁਤਾਤ ਦੁਨੀਆ ਅਜਿਹੀ ਹੈ, ਕੁਝ ਆਸ ਰੱਖ ਕੇ ਆਉਂਦੀ ਹੈ। ਇਹ ਨਹੀਂ ਵੀ ਗੁਰੂ ਉਸ ਆਸ ਨੂੰ ਪੂਰੀ ਨਹੀਂ ਕਰਦਾ, ਪਰ ਮਨ ਦੀ ਭਾਵਨਾ ਸਾਡੀ ਸ਼ੁੱਧ ਹੋਣੀ ਚਾਹੀਦੀ ਹੈ। ਸਾਡੀ ਮਨ ਦੀ ਭਾਵਨਾ ਕਿੰਨੀ ਕੁ ਸ਼ੁੱਧ ਹੈ, ਕਿਸੇ ਦੂਜੇ ਦੇ ਪ੍ਰਤੀ ਸਾਡੇ ਮਨ ਵਿੱਚ ਕੀ ਭਾਵਨਾ ਹੈ, ਕਿ ਅਸੀਂ ਸੱਚੀ ਸਰਬੱਤ ਦਾ ਭਲਾ ਮੰਗਦੇ ਹਾਂ। ਸਰਬੱਤ ਦੇ ਭਲੇ ਵਿੱਚ ਤਾਂ ਸਾਰੇ ਆਉਂਦੇ ਹੈ, ਪਰ ਕਿਸੇ ਇੱਕ ਖਾਸ ਵਾਸਤੇ ਉਹ ਮਨ ਵਿੱਚ ਇਹ ਧਾਰ ਕੇ ਬੈਠਾ ਹੈ ਵੀ ਇਹਦਾ ਕੰਮ ਨਾ ਕਿਤੇ ਬਣ ਜਾਏ, ਤਾਂ ਉੱਥੇ ਸਰਬੱਤ ਦਾ ਭਲਾ ਨਹੀਂ ਰਹਿ ਜਾਂਦਾ। ਗੁਰਮੁਖਾਂ ਵਾਲਾ ਜਿਹੜਾ ਮਾਰਗ ਹੈ, ਜਿਹੜੇ ਇਸ ਮਾਰਗ 'ਤੇ ਕਦਮ ਰੱਖ ਲੈਂਦੇ ਹੈ,
ਭਾਈ ਗੁਰਦਾਸ ਜੀ ਕਹਿੰਦੇ ਉਹ 10 ਦਿਸ਼ਾਵਾਂ ਦੇ ਵਿੱਚ ਨਹੀਂ ਭਟਕਦੇ, ਅਤੇ 12 ਪੰਥ ਜੋ ਜੋਗੀਆਂ ਦੇ ਨੇ, ਅਥਵਾ ਜੋ 12 ਰਾਸਾਂ ਹਨ, ਕਈ ਰਾਸਾਂ 'ਤੇ ਭਰੋਸਾ ਰੱਖਦੇ ਹੈ, ਮਿਥਨ ਮੇਖ ਕਰਕੇ ਜਿਹੜੀਆਂ ਸਾਰੀਆਂ, ਉਹ ਇਹਨਾਂ ਦੇ ਵਿੱਚ ਦੌੜਦੇ ਭੱਜਦੇ ਨਹੀਂ, ਇਹਨਾਂ 'ਤੇ ਭਰੋਸਾ ਨਹੀਂ ਕਰਦੇ। ਗੁਰ ਮੂਰਤ ਗੁਰ ਧਿਆਨ ਧਰ, ਘਟ ਘਟ ਪੂਰਨ ਬ੍ਰਹਮ ਦਿਖਾਇਆ। ਗੁਰਮੁਖ ਮਾਰਗ 'ਤੇ ਪੈਰ ਰੱਖਣ ਵਾਲੇ ਕੀ ਕਰਦੇ ਹੈ? ਗੁਰਮੂਰਤੀ ਦਾ ਧਿਆਨ ਧਰਦੇ ਹੈ। ਮੂਰਤੀ ਦਾ ਮਤਲਬ ਸਵਰੂਪ, ਅਤੇ ਪਿੱਛੇ ਆਪਾਂ ਸਰਵਣ ਕਰ ਚੁੱਕੇ ਹਾਂ ਗੁਰੂ ਦਾ ਸਵਰੂਪ ਕੀ ਹੈ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸ਼ਬਦ ਗੁਰੂ ਦਾ ਸਵਰੂਪ ਹੈ। ਉਹ ਸ਼ਬਦ ਦਾ ਵੱਡਾ ਧਿਆਨ ਧਾਰਦੇ ਨੇ। ਗੁਰਮੂਰਤ ਗੁਰ ਧਿਆਨ ਧਰ, ਮਤਲਬ ਸ਼ਬਦ ਦਾ ਧਿਆਨ ਧਾਰਦੇ ਹੈ। ਅਤੇ ਜਦੋਂ ਸ਼ਬਦ ਦਾ ਧਿਆਨ ਧਾਰਦੇ ਹੈ, ਘਟ ਘਟ ਪੂਰਨ ਬ੍ਰਹਮ ਦਿਖਾਇਆ, ਫਿਰ ਗੁਰੂ ਰਹਿਮਤ ਕਰਕੇ ਹਰੇਕ ਘਟ ਦੇ ਵਿੱਚ, ਹਰੇਕ ਸਰੀਰ ਦੇ ਵਿੱਚ ਪੂਰਨ ਬ੍ਰਹਮ ਦੇ ਉਹਨਾਂ ਨੂੰ ਦਰਸ਼ਨ ਕਰਵਾ ਦਿੰਦਾ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਦੇ ਨਾਲ ਉਹ ਜੋਤ ਪ੍ਰਗਟ ਹੁੰਦੀ ਹੈ। ਸੋ ਗੁਰੂ ਰਹਿਮਤ ਕਰਕੇ ਹਰ ਥਾਂ 'ਤੇ ਪਰਮਾਤਮਾ ਵਸਦਾ ਉਹਨਾਂ ਨੂੰ ਵਿਖਾ ਦਿੰਦਾ ਹੈ। ਸ਼ਬਦ ਸੁਰਤ ਉਪਦੇਸ ਲਿਵ, ਪਾਰ ਬ੍ਰਹਮ ਗੁਰ ਧਿਆਨ ਜਣਾਇਆ। ਉਹ ਆਪਣੀ ਸੁਰਤ ਦੇ ਵਿੱਚ ਸ਼ਬਦ ਨੂੰ ਵਸਾ ਕੇ ਰੱਖਦੇ ਹੈ, ਗੁਰੂ ਦੇ ਉਪਦੇਸ਼ ਦੇ ਵਿੱਚ ਲਿਵਲੀਨ ਰਹਿੰਦੇ, ਅਥਵਾ ਗੁਰੂ ਦੇ ਉਪਦੇਸ਼ ਦੇ ਨਾਲ ਲਿਵ ਪ੍ਰੀਤ ਕਰਦੇ ਹੈ। ਪਾਰ ਬ੍ਰਹਮ ਗੁਰ ਧਿਆਨ ਜਣਾਇਆ, ਅਤੇ ਪਾਰ ਬ੍ਰਹਮ ਪਰਮੇਸ਼ਰ ਦਾ ਧਿਆਨ ਧਾਰਦੇ ਹੈ, ਅਤੇ ਗੁਰੂ ਇਸ ਧਿਆਨ ਦੇ ਰਾਹੀਂ ਉਹਨਾਂ ਨੂੰ ਪਰਮਾਤਮਾ ਬਾਰੇ ਜਣਾ ਦਿੰਦਾ ਹੈ। ਵਾਹਿਗੁਰੂ ਪਰਮੇਸ਼ਰ ਬਾਰੇ ਗੁਰੂ ਉਹਨਾਂ ਨੂੰ ਸਮਝਾ ਦਿੰਦਾ ਹੈ, ਕਿਉਂਕਿ ਉਹ ਸਦਾ ਹੀ ਗੁਰੂ ਦੇ ਸ਼ਬਦ ਦੇ ਵਿੱਚ ਜੁੜੇ ਰਹਿੰਦੇ ਹੈ। ਗੁਰੂ ਦੇ ਸ਼ਬਦ ਦੇ ਨਾਲ ਉਹਨਾਂ ਦੀ ਪ੍ਰੀਤ ਸਦਾ ਹੀ ਰਹਿੰਦੀ ਹੈ। ਸਿਲਾ ਅਲੂਣੀ ਚਟਣੀ, ਚਰਨ ਕਵਲ ਚਰਣੋਦਕ ਪਿਆਇਆ। ਇਹ ਜਿਹੜਾ ਗੁਰਮੁਖਾਂ ਵਾਲਾ ਮਾਰਗ ਹੈ, ਇਹ ਅਲੂਣੀ ਸਿਲਾ ਚੱਟਣ ਵਾਂਗ ਹੈ। ਸਿਲ ਹੁੰਦੀ ਨਾ ਪੱਥਰ ਦੀ, ਕਈਆਂ ਥਾਵਾਂ 'ਤੇ ਪਹਾੜਾਂ ਦੇ ਵਿੱਚ ਪੱਥਰ ਵੀ, ਉਹਦੇ 'ਚੋਂ ਵੀ ਸਵਾਦ ਨਮਕ ਵਾਲਾ ਆਉਂਦਾ ਹੈ, ਪਰ ਇਹ ਅਲੂਣੀ ਸਿਲਾ ਹੈ। ਅਲੂਣੀ ਸਿਲਾ ਨੂੰ ਚੱਟਣਾ ਹੈ ਗੁਰਮੁਖ ਮਾਰਗ 'ਤੇ ਚੱਲਣਾ। ਮਤਲਬ ਇਸ ਮਾਰਗ 'ਤੇ ਚੱਲਣਾ ਸੌਖਾ ਨਹੀਂ, ਬਹੁਤ ਔਖਾ ਹੈ। ਸੰਜਮ ਵਿੱਚ ਰਹਿਣਾ ਪੈਂਦਾ ਹੈ, ਦੁਨੀਆ ਦੇ ਰਸ ਕਸ ਇਹਨਾਂ ਦਾ ਤਿਆਗ ਕਰਨਾ ਪੈਂਦਾ ਹੈ, ਗੁਰੂ ਦਾ ਹੁਕਮ ਮੰਨਣਾ ਪੈਂਦਾ ਹੈ। ਤੋ ਇਹ ਜਿਹੜਾ ਮਾਰਗ ਹੈ, ਇਹ ਅਲੂਣੀ ਸਿਲਾ ਚੱਟਣੀ ਹੈ। ਚਰਨ ਕਵਲ ਚਰਣੋਦਕ ਪਿਆਇਆ। ਜਿਹੜਾ ਇਸ ਮਾਰਗ ਦੇ ਉੱਤੇ ਚੱਲਦਾ ਹੈ, ਗੁਰੂ ਦੇ ਚਰਨਾਂ ਦਾ ਅੰਮ੍ਰਿਤ ਆਪ ਪੀਂਦਾ ਹੈ, ਅਤੇ ਹੋਰਾਂ ਨੂੰ ਚਰਨਾਮ੍ਰਿਤ ਪਿਆਉਂਦਾ ਹੈ। ਗੁਰਮਤਿ ਨਿਹਚਲ ਚਿਤ ਕਰ, ਸੁਖ ਸੰਪਟ ਵਿੱਚ ਨਿਜ ਘਰ ਛਾਇਆ। ਉਹ ਜਿਹੜਾ ਇਸ ਮਾਰਗ ਦਾ ਪਾਂਧੀ ਹੈ, ਗੁਰੂ ਦੀ ਮੱਤ ਲੈ ਕੇ, ਗੁਰੂ ਦੀ ਸਿੱਖਿਆ ਲੈ ਕੇ ਆਪਣੇ ਚਿੱਤ ਨੂੰ ਨਿਹਚਲ ਕਰ ਲੈਂਦਾ ਹੈ, ਟਿਕਾ ਲੈਂਦਾ ਹੈ, ਡੋਲਣ ਨਹੀਂ ਦਿੰਦਾ ਫਿਰ ਉਹ ਆਪਣੇ ਆਪ ਨੂੰ। ਸੁਖ ਸੰਪਟ ਵਿੱਚ ਨਿਜ ਘਰ ਛਾਇਆ, ਅਤੇ ਫਿਰ ਉਹ ਆਪਣੇ ਸਵੈ ਸਰੂਪ ਘਰ ਦੇ ਵਿੱਚ ਅਤੇ ਸੁਖ ਸਵਰੂਪ ਦੇ ਵਿੱਚ ਸਦਾ ਲਈ ਸਥਿਤ ਹੋ ਜਾਂਦਾ, ਟਿਕ ਜਾਂਦਾ ਹੈ। ਨਿਜ ਘਰ ਦਾ ਮਤਲਬ ਹੁੰਦਾ ਉਹਨਾਂ ਦਾ ਮਨ ਟਿਕ ਜਾਂਦਾ, ਬਾਹਰ ਦੌੜਦਾ ਭੱਜਦਾ ਨਹੀਂ, ਉਹ ਆਪਣੇ ਘਰ ਵਿੱਚ ਵਸਦੇ ਹੈ। ਪਰ ਤਨ ਪਰ ਧਨ ਪਰ ਹਰੇ, ਪਾਰਸ ਪਰਸ ਅਪਰਸ ਰਹਾਇਆ। ਗੁਰਮੁਖ ਮਾਰਗ ਦੇ ਉੱਤੇ ਚੱਲਣ ਵਾਲਾ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹਿੰਦਾ ਹੈ। ਪਰ ਤਨ, ਪਰਾਏ ਤਨ ਤੋਂ, ਮਤਲਬ ਜੀਵਨ ਦੇ ਆਚਰਣ ਨੂੰ ਉੱਚਾ ਰੱਖਦਾ ਹੈ।
ਪਰ ਇਸਤਰੀ ਦਾ ਤਿਆਗ ਕਰਦਾ ਹੈ, ਪਰ ਧਨ ਪਰ ਹਰੇ, ਤੇ ਪਰਾਏ ਧਨ ਨੂੰ ਪਰ ਹਰੇ ਪਰੇ ਕਰ ਦਿੰਦਾ ਹੈ। ਪਰਾਏ ਧਨ ਨੂੰ ਉਹ ਹੱਥ ਨਹੀਂ ਲਾਉਂਦਾ, ਚੋਰੀ ਨਹੀਂ ਕਰਦਾ, ਯਾਰੀ ਨਹੀਂ ਕਰਦਾ, ਡਕੈਤੀ ਨਹੀਂ ਕਰਦਾ, ਆਪਣੀ ਧਰਮ ਦੀ ਕਿਰਤ ਕਰਦਾ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਨੇ ਬਚਨ ਕਿਹਾ ਹੈ, ਕਹਿੰਦੇ ਬੰਦਾ ਪਰਾਇਆ ਧਨ ਤੇ ਨਿੰਦਿਆ ਇਹ ਛੱਡ ਦਵੇ, ਰੱਬ ਉਹਦੇ ਬਿਲਕੁਲ ਨੇੜੇ ਹੈ, ਉਹਦੇ ਹਿਰਦੇ ਵਿੱਚ ਹੈ। ਤੇ ਜਿਹਨੇ ਇਹਨਾਂ ਚੀਜ਼ਾਂ ਦਾ ਤਿਆਗ ਨਹੀਂ ਕੀਤਾ, ਉਹ ਕਦੇ ਇਬਾਦਤ ਵਾਲੇ ਰਸਤੇ 'ਤੇ ਤੁਰ ਹੀ ਨਹੀਂ ਸਕਦਾ। ਸੋ ਇਸ ਲਈ ਗੁਰਮੁਖ ਮਾਰਗ 'ਤੇ ਚੱਲਣ ਵਾਲਾ ਉਹ ਪਰਾਏ ਤਨ ਨੂੰ, ਪਰਾਏ ਧਨ ਨੂੰ ਦੂਰ ਕਰ ਦਿੰਦਾ ਹੈ। ਪਾਰਸ ਪਰਸ ਅਪਰਸ ਰਹਾਇਆ। ਪਾਰਸ ਗੁਰੂ ਦੇ ਚਰਨ ਹਨ। ਗੁਰੂ ਦੇ ਚਰਨਾਂ ਰੂਪੀ ਪਾਰਸ ਨੂੰ ਪਰਸ ਕੇ ਛੋਹ ਕੇ ਅਪਰਸ ਰਹਾਇਆ। ਉਹ ਦੁਨੀਆ ਦੇ ਪਦਾਰਥਾਂ ਵੱਲੋਂ ਅਪਰਸ ਨਿਰਲੇਪ ਰਹਿੰਦਾ ਹੈ। ਫਿਰ ਪਦਾਰਥਾਂ ਦੀ ਪਕੜ ਉਹਦੇ ਮਨ ਵਿੱਚ ਨਹੀਂ ਰਹਿੰਦੀ, ਰਹਿੰਦਾ ਉਹ ਪਦਾਰਥਵਾਦੀ ਯੁੱਗ ਵਿੱਚ ਹੈ। ਮਨ ਉਹਨਾਂ ਤੋਂ ਉੱਪਰ ਉੱਠ ਜਾਂਦਾ ਹੈ। ਸਾਧ ਅਸਾਧ ਸਾਧ ਸੰਗ ਆਇਆ। ਤੇ ਉਹ ਗੁਰਮੁਖ ਮਾਰਗ 'ਤੇ ਚੱਲਣ ਵਾਲਾ ਸਾਧ ਸੰਗਤ ਦੇ ਵਿੱਚ ਆ ਕਰਕੇ ਆਪਣੇ ਅਸਾਧ ਮਨ ਨੂੰ ਸਾਧ ਲੈਂਦਾ, ਕਾਬੂ ਵਿੱਚ ਕਰ ਲੈਂਦਾ ਹੈ। ਸਤ ਸੰਗਤ ਦੇ ਵਿੱਚ ਆਉਂਦਾ ਹੈ ਤੇ ਇਹ ਜਿਹੜਾ ਮਨ ਅਸਾਧ ਹੈ, ਸਾਧਿਆ ਨਹੀਂ ਜਾਂਦਾ, ਕਾਬੂ ਨਹੀਂ ਕੀਤਾ ਜਾਂਦਾ, ਉਹ ਆਪਣੇ ਮਨ ਨੂੰ ਕਾਬੂ ਵਿੱਚ ਕਰ ਲੈਂਦਾ ਹੈ। ਤੀਸਰੀ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਗੁਰਮੁਖਾਂ ਦਾ ਹੀ ਜ਼ਿਕਰ ਕਰਦੇ ਹੈ। ਸੋ ਗੁਰਮੁਖ ਕਿਸ ਤਰੀਕੇ ਦੇ ਨਾਲ ਉਹ ਆਪਣੇ ਜੀਵਨ ਨੂੰ ਬਸਰ ਕਰਦੇ ਹੈ। ਜਿਉਂ ਵੜ ਬੀਓ ਸਜੀਓ ਹੋਏ, ਕਰ ਵਿਸਥਾਰ ਬਿਰਖ ਉਪਜਾਇਆ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਬੋਹੜ ਦਾ ਬੀਜ ਸਜੀਓ ਹੋਏ, ਜਦੋਂ ਧਰਤੀ ਦੇ ਵਿੱਚੋਂ ਉੱਗਦਾ ਹੈ, ਪੁੰਗਰਦਾ ਹੈ, ਫਿਰ ਉਹ ਵੱਡੇ ਵਿਸਥਾਰ ਵਾਲਾ ਰੁੱਖ ਬਣ ਜਾਂਦਾ ਹੈ। ਜਿਉਂ ਵੜ ਬੀਓ ਸਜੀਓ ਹੋਏ, ਕਰ ਵਿਸਥਾਰ ਬਿਰਖ ਉਪਜਾਇਆ। ਉਹ ਬੋਹੜ ਦਾ ਬੀਜ ਪੁੰਗਰ ਕੇ ਬਹੁਤ ਵੱਡਾ ਵਿਸਥਾਰ ਕਰ ਲੈਂਦਾ, ਵੱਡੇ ਵਿਸਥਾਰ ਵਾਲਾ ਰੁੱਖ ਬਣ ਜਾਂਦਾ ਹੈ। ਬਿਰਖ ਹੋਏ ਸਹੰਸ ਫਲ, ਫਲ ਫਲ ਵਿੱਚ ਬਹੁ ਬੀ ਸਮਾਇਆ। ਤੇ ਉਸ ਬੋਹੜ ਦੇ ਰੁੱਖ ਤੋਂ ਉਹਨੂੰ ਹਜ਼ਾਰਾਂ ਹੀ ਫਲ ਲੱਗਦੇ ਹੈ। ਬੋਹੜ ਨੂੰ ਫਲ ਫਲ ਵਿੱਚ ਬਹੁ ਬੀ ਸਮਾਇਆ। ਤੇ ਇੱਕ ਇੱਕ ਫਲ ਦੇ ਵਿੱਚ ਬਹੁਤੇ ਬੀਜ ਸਮਾਏ ਹੋਏ ਹੁੰਦੇ ਹੈ। ਇੱਕ ਬੀਜ ਧਰਤੀ ਦੇ ਵਿੱਚ ਉਹ ਪੁੰਗਰਿਆ, ਵੱਡਾ ਬੋਹੜ ਬਣਿਆ, ਬੋਹੜ ਨੂੰ ਫਲ ਲੱਗੇ, ਇੱਕ ਨਹੀਂ ਅਨੇਕਾਂ ਹੀ, ਹਜ਼ਾਰਾਂ ਲੱਖਾਂ। ਤੇ ਫਿਰ ਇੱਕ ਇੱਕ ਫਲ ਦੇ ਵਿੱਚ ਅਨੇਕਾਂ ਹੀ ਬੀਜ ਸਮਾਏ ਹੋਏ ਹੈ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਇੱਕ ਜਿਹੜਾ ਗੁਰਮੁਖ ਪਿਆਰਾ ਹੈ ਨਾ, ਸ਼ਬਦ ਨਾਲ ਜੁੜਿਆ ਹੋਇਆ, ਉਹ ਆਪਣੇ ਵਰਗੇ ਅਨੇਕਾਂ ਹੀ, ਹਜ਼ਾਰਾਂ ਹੀ, ਲੱਖਾਂ ਹੀ ਗੁਰਸਿੱਖ ਪੈਦਾ ਕਰ ਲੈਂਦਾ ਹੈ। ਜਿਵੇਂ ਇੱਕ ਛੋਟੇ ਜਿਹੇ ਬੀਜ ਤੋਂ ਵੱਡਾ ਬੋਹੜ ਬਣਿਆ, ਅੱਗੇ ਕਈ ਫਲ ਲੱਗੇ, ਕਈ ਬੀਜ ਬਣ ਗਏ, ਗਿਣਤੀ ਨਹੀਂ। ਇਸੇ ਤਰ੍ਹਾਂ ਗੁਰਸਿੱਖ ਗੁਰੂ ਸ਼ਬਦ ਦੀ ਕਮਾਈ ਦੇ ਨਾਲ ਅਨੇਕਾਂ ਨੂੰ ਹੀ ਆਪਣੇ ਵਰਗਾ ਗੁਰਮੁਖ ਬਣਾ ਲੈਂਦਾ ਹੈ। ਦੁਤੀਆ ਚੰਦ ਅਗਾਸ ਜਿਉ, ਆਦ ਪੁਰਖ ਆਦੇਸ਼ ਕਰਾਇਆ। ਤੇ ਐਸੇ ਜਿਹੜੇ ਗੁਰਮੁਖ ਨੇ, ਸ਼ਬਦ ਨਾਲ ਜੁੜੇ ਹੋਏ, ਬੰਦਗੀ ਕਰਨ ਵਾਲੇ, ਦੁਤੀਆ ਚੰਦ ਅਗਾਸ ਜਿਉਂ, ਜਿਵੇਂ ਆਕਾਸ਼ ਦੇ ਵਿੱਚ ਦੂਜ ਦੇ ਚੰਦਰਮਾ ਨੂੰ, ਦੂਜ ਦੇ ਚੰਦ ਨੂੰ ਨਮਸਕਾਰਾਂ ਹੁੰਦੀਆਂ ਨੇ, ਉਸ ਗੁਰਮੁਖ ਨੂੰ ਪਰਮਾਤਮਾ ਆਪ ਨਮਸਕਾਰਾਂ ਕਰਵਾਉਂਦਾ ਹੈ। ਉਹਦਾ ਲੋਕ ਪਰਲੋਕ ਦੇ ਵਿੱਚ ਸਤਿਕਾਰ ਹੁੰਦਾ ਹੈ। ਲੋਕ
ਉਹਦਾ ਆਦਰ ਮਾਣ ਸਤਿਕਾਰ ਕਰਦੇ ਹੈ। ਸੋ ਜਿਹੜਾ ਸ਼ਬਦ ਨਾਲ ਜੁੜ ਜਾਂਦਾ ਹੈ। ਤਾਰੇ ਮੰਡਲ ਸੰਤ ਜਨ, ਧਰਮਸਾਲ ਸੱਚਖੰਡ ਵਸਾਇਆ। ਸੰਤ ਜਨ ਜਿਹੜੇ ਨੇ ਬੰਦਗੀ ਕਰਨ ਵਾਲੀਆਂ ਰੂਹਾਂ, ਉਹ ਤਾਰਿਆਂ ਦੇ ਮੰਡਲਾਂ ਵਾਂਗੂ ਹਨ ਅਤੇ ਧਰਮਸ਼ਾਲ ਸੱਚਖੰਡ ਰੂਪ ਆਕਾਸ਼ ਦੇ ਵਿੱਚ ਸਦਾ ਹੀ ਵਸਦੇ ਹੈ। ਜਿਵੇਂ ਆਕਾਸ਼ ਵਿੱਚ ਬਹੁਤੇ ਤਾਰੇ ਹਨ, ਇਸੇ ਤਰ੍ਹਾਂ ਜਿਹੜੀ ਧਰਮਸ਼ਾਲਾ ਹੈ, ਜਿਸ ਨੂੰ ਅੱਜ ਆਪਾਂ ਗੁਰਦੁਆਰਾ ਸਾਹਿਬ ਕਹਿੰਦੇ ਹਾਂ, ਪਹਿਲੋਂ ਧਰਮਸ਼ਾਲਾ ਕਹਿੰਦੇ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਵੇਲੇ। ਸੋ ਇਹ ਧਰਮਸ਼ਾਲਾ ਜੋ ਸੱਚਖੰਡ ਹੈ, ਇਹ ਆਕਾਸ਼ ਦੀ ਨਿਆਈ ਹੈ। ਇਸ ਆਕਾਸ਼ ਦੇ ਵਿੱਚ ਅਨੇਕਾਂ ਹੀ ਤਾਰੇ ਵਸਦੇ ਹੈ। ਤਾਰੇ ਕੌਣ ਨੇ? ਰੱਬ ਦੇ ਪਿਆਰੇ ਸੰਤ ਜਨ, ਗੁਰਮੁਖ ਪਿਆਰੇ ਇਹ ਤਾਰੇ ਹਨ। ਪੈਰੀ ਪੈ ਪਾ ਖਾਕ ਹੋਏ, ਆਪ ਗਵਾਏ ਨਾ ਆਪ ਜਣਾਇਆ। ਅਤੇ ਧਰਮਸ਼ਾਲਾ ਦੇ ਵਿੱਚ ਸਾਧ ਸੰਗਤ ਵਿੱਚ ਆ ਕੇ ਗੁਰਸਿੱਖਾਂ ਦੇ ਚਰਨੀ ਲੱਗ ਕੇ ਚਰਨ ਧੂੜ ਬਣਦੇ ਹੈ, ਭਾਵ ਨਿਮਰਤਾ ਧਾਰਨ ਕਰਦੇ ਹੈ। ਪੈਰੀ ਪੈ ਪਾ ਖਾਕ ਹੋਏ, ਪੈਰੀ ਪੈ ਕੇ ਚਰਨੀ ਪੈ ਕੇ ਉਹ ਚਰਨਾਂ ਦੀ ਖਾਕ ਬਣ ਜਾਂਦੇ ਹੈ। ਆਪ ਗਵਾਏ ਨਾ ਆਪ ਜਣਾਇਆ, ਮਨ ਵਿੱਚੋਂ ਆਪਾ ਭਾਵ ਦੂਰ ਕਰ ਦਿੰਦੇ ਹੈ। ਕਦੇ ਵੀ ਆਪਣਾ ਆਪ ਜਣਾਉਂਦੇ ਨਹੀਂ। ਇਹ ਨਹੀਂ ਦੱਸਦੇ ਮੈਂ ਬੜਾ ਵੱਡਾ, ਮੇਰੇ ਵਰਗਾ ਕੋਈ ਨਹੀਂ ਜੀ। ਉਹ ਜਣਾਉਂਦੇ ਨਹੀਂ ਆਪਣਾ ਆਪ, ਨਿਮਰਤਾ ਵਿੱਚ ਰਹਿੰਦੇ ਹੈ। ਗੁਰਮੁਖ ਸੁਖ ਫਲ ਧਰੂ ਜੀਵੈ, ਨਿਹਚਲ ਵਾਸ ਆਗਾਸ ਚੜਾਇਆ। ਗੁਰਮੁਖਾਂ ਨੂੰ ਭਗਤ ਧਰੂ ਵਾਂਗ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਭਗਤ ਧਰੂ ਨੇ ਬੰਦਗੀ ਕੀਤੀ, ਸਦੀ ਵੀ ਸੁੱਖ ਨੂੰ ਪਾਇਆ। ਔਰ ਦੁਨੀਆ ਇੱਕ ਤਾਰੇ ਨੂੰ ਧਰੂ ਤਾਰੇ ਦੇ ਨਾਂ ਨਾਲ ਜਾਣਦੀ ਹੈ। ਭਾਵ ਇਹ ਹੈ ਵੀ ਪਰਮਾਤਮਾ ਨੇ ਸਦਾ ਲਈ ਨਿਹਚਲ ਅਚਲ ਕਰ ਦਿੱਤਾ, ਅਟਲ ਕਰ ਦਿੱਤਾ। ਧਰੂ ਅਟਲ ਅਜਹੂ ਨਾ ਟਰਿਓ, ਉਹ ਅਟਲ ਹੈ। ਨਿਹਚਲ ਵਾਸ ਆਗਾਸ ਚੜਾਇਆ, ਅਤੇ ਉਹਦਾ ਅਟਲ ਆਕਾਸ਼ ਦੇ ਵਿੱਚ ਵਾਸਾ ਹੈ। ਆਕਾਸ਼ ਕੀ? ਸੱਚਖੰਡ। ਭਗਤ ਧਰੂ ਦਾ ਸੱਚਖੰਡ ਵਿੱਚ ਸਦਾ ਲਈ ਵਾਸ ਹੈ। ਗੁਰਮੁਖਾਂ ਨੂੰ ਧਰੂ ਭਗਤ ਵਾਂਗ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਦਾ ਹੀ ਉਹ ਸੱਚਖੰਡ ਰੂਪੀ ਆਕਾਸ਼ ਵਿੱਚ ਵਸ ਜਾਂਦੇ ਹੈ। ਉੱਥੋਂ ਦੇ ਸਦਾ ਹੀ ਵਸਿੰਦੇ ਬਣ ਜਾਂਦੇ ਹੈ। ਸਭ ਤਾਰੇ ਚੌਫੇਰ ਫਿਰਾਇਆ, ਅਤੇ ਸਾਰੇ ਤਾਰੇ ਫਿਰ ਉਹਨਾਂ ਗੁਰਮੁਖਾਂ ਦੀਆਂ ਪਰਿਕਰਮਾ ਕਰਦੇ। ਭਾਵ ਇਹ ਹੈ ਵੀ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਬਹੁਤ ਲੋਕ ਆਉਂਦੇ ਹੈ ਅਤੇ ਉਹ ਗੁਰਮੁਖ ਪਿਆਰੇ ਗੁਰੂ ਸ਼ਬਦ ਦੀ ਉਹਨਾਂ ਨੂੰ ਮਹਿਮਾ ਦੱਸਦੇ ਹੈ, ਗੁਰੂ ਚਰਨਾਂ ਦੇ ਨਾਲ, ਗੁਰੂ ਸ਼ਬਦ ਦੇ ਨਾਲ ਜੋੜਦੇ ਹੈ। ਚੌਥੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਭਗਤ ਨਾਮਦੇਵ ਜੀ ਦਾ ਸੰਖੇਪ ਵਿੱਚ ਜ਼ਿਕਰ ਕਰ ਰਹੇ ਹੈ। ਨਾਮਾ ਛੀਂਬਾ ਆਖੀਐ, ਗੁਰਮੁਖ ਭਾਏ ਭਗਤ ਲਿਵਲਾਈ। ਭਗਤ ਨਾਮਦੇਵ ਜੀ, ਜਿਨ੍ਹਾਂ ਨੂੰ ਲੋਕ ਛੀਂਬਾ ਕਹਿੰਦੇ ਸਨ, ਨਾਮਾ ਛੀਂਬਾ ਆਖੀਐ, ਔਰ ਉਹਨਾਂ ਨੂੰ ਸ਼ੂਦਰ ਕਹਿੰਦੇ ਸੀ। ਇਹ ਨੀਵੀਂ ਜਾਤ ਦਾ ਛੀਂਬਾ ਹੈ। ਗੁਰਮੁਖ ਭਾਏ ਭਗਤ ਲਿਵਲਾਈ। ਸੋ ਭਗਤ ਨਾਮਦੇਵ ਜੀ ਨੇ ਗੁਰਮੁਖ ਬਣ ਕੇ ਪ੍ਰੇਮਾ ਭਗਤੀ ਦੇ ਵਿੱਚ ਲਿਵ ਲਾਈ ਹੈ, ਪ੍ਰੇਮਾ ਭਗਤੀ ਵਿੱਚ ਉਹਨਾਂ ਪ੍ਰੀਤ ਕੀਤੀ ਹੈ। ਖੱਤਰੀ ਬ੍ਰਾਹਮਣ ਦੇਹੋ ਰਹਿ, ਉੱਤਮ ਜਾਤ ਕਰਨ ਵਡਿਆਈ। ਖੱਤਰੀ ਬ੍ਰਾਹਮਣ ਜਿਹੜੇ ਆਪਣੇ ਆਪ ਨੂੰ ਉੱਚੀ ਜਾਤ ਵਾਲੇ ਕਹਿੰਦੇ ਹੈ, ਉਹ ਸਾਰੇ ਠਾਕੁਰ ਦੁਆਰੇ ਦੇ ਵਿੱਚ ਬੈਠ ਕੇ ਅਤੇ ਰੱਬ ਦੀ ਵਡਿਆਈ ਕਰਨ ਲੱਗੇ, ਸਿਫਤ ਕਰਨ ਲੱਗੇ। ਨਾਮਾ ਪਕੜ ਉਠਾਲਿਆ, ਬਹਿ ਪਛਵਾੜੈ ਹਰ ਗੁਣ ਗਾਈ। ਭਗਤ ਨਾਮਦੇਵ ਜੀ ਵੀ ਠਾਕੁਰ ਦੁਆਰੇ ਜਾ ਕੇ ਉਹਨਾਂ ਦੇ ਨਾਲ ਉੱਥੇ ਬੈਠ ਕੇ ਰੱਬ ਦੇ ਗੁਣ ਗਾਉਣ ਲੱਗੇ। ਉਹ ਜਿਹੜੇ ਉੱਚ ਜਾਤੀ ਦੇ ਖੱਤਰੀ ਬ੍ਰਾਹਮਣ ਸੀ, ਉਹ ਕਹਿੰਦੇ ਨੀਵੀਂ ਜਾਤ ਦਾ ਇਹ ਕਿੱਥੇ ਸਾਡੇ ਵਿੱਚ ਆ ਕੇ ਬਹਿ ਗਿਆ। ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਬਾਹੋਂ ਫੜ ਕੇ ਉੱਥੋਂ ਉਠਾਲ ਦਿੱਤਾ। ਨਾਮਾ ਪਕੜ ਉਠਾਲਿਆ। ਜਦੋਂ ਉਹਨਾਂ ਨੂੰ ਉਠਾ ਦਿੱਤਾ,
ਬਹਿ ਪਛਵਾੜੈ ਹਰ ਗੁਣ ਗਾਈ। ਇਹ ਦੋ ਪਾਠ ਨੇ, ਪਿਛਵਾੜੈ ਤੇ ਪਛਵਾੜੈ, ਭਾਵ ਅਰਥ ਇੱਕੋ ਹੀ ਹੈ, ਪਾਠ ਅੰਤਰ ਹੈ। ਸੋ ਠਾਕੁਰ ਦੁਆਰੇ ਦੇ ਪਿਛਲੇ ਪਾਸੇ ਬੈਠ ਕੇ ਤੇ ਹਰੀ ਦੇ ਗੁਣ ਗਾਉਣ ਲੱਗ ਪਏ ਭਗਤ ਨਾਮਦੇਵ ਜੀ। ਭਗਤ ਵਸ਼ਲ ਆਖਾਏ ਦਾ, ਫੇਰ ਦੇਹੁਰਾ ਪੈਜ ਰਖਾਈ। ਪਰਮਾਤਮਾ ਭਗਤ ਵਸ਼ਲ ਅਖਵਾਉਂਦਾ ਹੈ। ਉਹਨੂੰ ਸਾਰੇ ਭਗਤ ਵਸ਼ਲ ਕਹਿੰਦੇ ਆ ਕਿਉਂਕਿ ਉਹ ਭਗਤਾਂ ਨੂੰ ਪਿਆਰ ਕਰਦਾ ਹੈ। ਫੇਰ ਦੇਹੁਰਾ ਪੈਜ ਰਖਾਈ, ਤੇ ਭਗਤ ਨਾਮਦੇਵ ਜੀ ਦੀ ਇੱਜ਼ਤ ਰੱਖਣ ਲਈ ਪਰਮਾਤਮਾ ਨੇ ਉਸ ਦੇਹੁਰੇ ਨੂੰ, ਉਸ ਠਾਕੁਰ ਦੁਆਰੇ ਨੂੰ ਫੇਰ ਦਿੱਤਾ, ਘੁਮਾ ਦਿੱਤਾ। ਉਹ ਠਾਕੁਰ ਦੁਆਰੇ ਦਾ ਮੁੱਖ ਭਗਤ ਨਾਮਦੇਵ ਜੀ ਦੇ ਵੱਲ ਕਰ ਦਿੱਤਾ। ਸਤਿਗੁਰੂ ਨੇ ਬਾਣੀ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਬਾਬਾ ਨਾਮਦੇਵ ਜੀ ਫਰਮਾਉਂਦੇ ਹੈ, ਹਸਤ ਖਿਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਹੀਨੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ ਰਹਾਓ। ਹੇ ਪ੍ਰਭੂ, ਮੈਂ ਤਾਂ ਹੱਸਦਾ ਖੇਡਦਾ ਤੇਰੇ ਦਰ 'ਤੇ ਆਇਆ ਸੀ, ਪਰ ਮੈਨੂੰ ਭਗਤੀ ਕਰਦੇ ਨੂੰ ਬਾਹੋਂ ਫੜ ਕੇ ਉੱਚ ਜਾਤੀ ਅਭਿਮਾਨੀ ਲੋਕਾਂ ਨੇ ਉਠਾ ਦਿੱਤਾ ਤੇਰੇ ਦਰ ਤੋਂ। ਤੇ ਜੇ ਮੈਨੂੰ ਬੰਦਗੀ ਕਰਨ ਵਾਸਤੇ ਵੀ ਇਹ ਕੁਝ ਸਹਿਣ ਕਰਨਾ ਪੈਣਾ, ਫਿਰ ਮੈਨੂੰ ਦੱਸ ਛੀਪੇ ਕੇ ਜਨਮ ਕਾਹੇ ਕੋ ਆਇਆ। ਮੈਂ ਛੀਪੇ ਛੀਂਬਿਆਂ ਦੇ ਘਰ ਵਿੱਚ ਜਨਮ ਕਿਉਂ ਲਿਆ? ਮੈਨੂੰ ਵੀ ਕਿਤੇ ਬ੍ਰਾਹਮਣਾਂ ਦੇ ਘਰ ਵਿੱਚ ਜਨਮ ਦੇ ਦਿੰਦਾ, ਤੇਰੇ ਦਰ 'ਤੇ ਬਹਿ ਕੇ ਮੈਂ ਵੀ ਤੇਰੀਆਂ ਸਿਫਤਾਂ ਕਰਦਾ। ਲੈ ਕਮਲੀ ਚਲਿਓ ਪਲਟਾਏ, ਦੇਹੁਰੈ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦੇਹੁਰਾ ਫਿਰੈ। ਜਿਵੇਂ ਜਿਵੇਂ ਰੱਬ ਦੇ ਗੁਣ ਗਾਏ, ਭਗਤ ਨਾਮਦੇਵ ਦੇ ਵਾਸਤੇ ਦੇਹੁਰਾ ਫੇਰ ਦਿੱਤਾ। ਪਰਮਾਤਮਾ ਨੇ ਏਡੀ ਕਿਰਪਾ ਕੀਤੀ। ਦਰਗਹਿ ਮਾਣ ਨਿਮਾਣਿਆ, ਸਾਧ ਸੰਗਤ ਸਤਿਗੁਰ ਸਰਣਾਈ। ਜਿਹੜੇ ਸਾਧ ਸੰਗਤ ਦੇ ਵਿੱਚ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਹੈ, ਉਹਨਾਂ ਨਿਮਾਣਿਆਂ ਨੂੰ ਰੱਬ ਦੀ ਦਰਗਾਹ ਦੇ ਵਿੱਚ ਵੱਡਾ ਮਾਣ ਸਤਿਕਾਰ ਮਿਲਦਾ ਹੈ। ਪਰਮਾਤਮਾ ਦੇ ਦਰ 'ਤੇ ਲੋਕ ਪਰਲੋਕ ਵਿੱਚ ਉਹ ਸਤਿਕਾਰੇ ਜਾਂਦੇ ਹੈ। ਉੱਤਮ ਪਦਵੀ ਨੀਚ ਜਾਤ, ਚਾਰੇ ਵਰਨ ਪਏ ਪਗ ਆਈ। ਭਗਤ ਨਾਮਦੇਵ ਜੀ ਨੇ ਬੰਦਗੀ ਕੀਤੀ ਹੈ ਗੁਰਮੁਖ ਬਣ ਕੇ, ਤੇ ਫਿਰ ਜਿਹੜੇ ਉੱਤਮ ਪਦਵੀ, ਉੱਚ ਜਾਤੀ ਵਾਲੇ ਸੀ ਨਾ, ਖੱਤਰੀ ਬ੍ਰਾਹਮਣ, ਨੀਚ ਜਾਤ ਤੇ ਨੀਵੀਂ ਜਾਤ ਵਾਲੇ ਕਹਾਉਣ ਵਾਲੇ ਸ਼ੂਦਰ ਸਾਰੇ, ਭਾਵ ਕਿ ਚਾਰੇ ਹੀ ਵਰਨ ਪਏ ਪਗ ਆਈ, ਭਗਤ ਨਾਮਦੇਵ ਜੀ ਦੇ ਚਰਨੀ ਲੱਗੇ। ਭਗਤ ਨਾਮਦੇਵ ਜੀ ਨੂੰ ਫਿਰ ਮੱਥਾ ਟੇਕਿਆ। ਬ੍ਰਾਹਮਣਾਂ ਨੇ ਵੀ, ਖੱਤਰੀਆਂ ਨੇ ਵੀ, ਵੈਸ਼ ਤੇ ਸ਼ੂਦਰ ਸਾਰਿਆਂ ਨੇ ਹੀ। ਜਿਉਂ ਨੀਵਾਣ ਨੀਰ ਚੱਲ ਜਾਈ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਪਾਣੀ ਨੀਵੇਂ ਵਾਲੇ ਪਾਸੇ ਚੱਲ ਕੇ ਜਾਂਦਾ ਨਾ, ਭਗਤ ਨਾਮਦੇਵ ਜੀ ਨੂੰ ਸਾਰੇ ਕਹਿੰਦੇ ਸੀ ਨੀਵੀਂ ਜਾਤ ਦਾ, ਤੇ ਫਿਰ ਸਾਰੇ ਹੀ ਆ ਕਰਕੇ ਭਗਤ ਨਾਮਦੇਵ ਜੀ ਦੇ ਚਰਨੀ ਲੱਗੇ। ਉੱਚੇ ਟਿੱਬਿਆਂ 'ਤੇ ਪਾਣੀ ਨਹੀਂ ਟਿਕਦਾ, ਨੀਵੇਂ ਵਾਲੇ ਪਾਸੇ ਜਾਂਦਾ ਹੈ। ਜਿਨ੍ਹਾਂ ਨੇ ਨਿਮਰਤਾ ਧਾਰਨ ਕੀਤੀ, ਬੰਦਗੀ ਕੀਤੀ, ਉਹਨਾਂ ਦੇ ਅੱਗੇ ਸਾਰਾ ਸੰਸਾਰ ਝੁਕਦਾ ਹੈ। ਸੋ ਇਸ ਲਈ ਪਰਮਾਤਮਾ ਦੀ ਬੰਦਗੀ ਕਰਨ ਦੇ ਵਾਸਤੇ ਸੰਸਾਰੀ ਕਿਹੜੀ ਜਾਤ ਹੈ, ਇਹ ਮਾਨੇ ਨਹੀਂ ਰੱਖਦੀ। ਮਨੁੱਖੀ ਮਨ ਕਿੰਨਾ ਪਵਿੱਤਰ ਹੈ, ਕਿੰਨਾ ਪਾਕ ਹੈ, ਇਹ ਮਾਨੇ ਰੱਖਦਾ ਹੈ। ਸੋ ਇਸ ਲਈ ਮਨ ਵਿੱਚੋਂ ਬੰਦਗੀ ਕਰਕੇ, ਪਾਪਾਂ ਦੀ ਮੈਲ ਦੂਰ ਕਰਕੇ ਹੀ ਰੱਬ ਦੇ ਘਰ ਵਿੱਚ ਪ੍ਰਵਾਨ ਹੋਇਆ ਜਾ ਸਕਦਾ ਹੈ। 5ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਦੱਸਦੇ ਹੈ ਵੀ ਜਿਹੜੇ ਪਰਮੇਸ਼ਰ ਦੇ ਪਿਆਰੇ ਭਗਤ ਹਨ, ਉਹਨਾਂ ਦੀ ਕੋਈ ਜਾਤ ਨਹੀਂ ਹੁੰਦੀ, ਨਾ ਉਹਨਾਂ ਦੀ ਜਾਤ ਪੁੱਛੀ ਦੀ ਹੈ। ਅਸੁਰ ਭਬੀਖਣ ਭਗਤ ਹੈ, ਬੇਦਰ ਸੋ ਵਿਖਲੀ ਪਤ ਸਰਣਾਈ। ਅਸੁਰ ਰਾਖਸ਼ਾਂ ਦੀ ਕੁਲ ਦੇ ਵਿੱਚ ਭਬੀਖਣ ਭਗਤ ਹੋਇਆ ਹੈ। ਉਹਨੂੰ ਸ਼੍ਰੀ ਰਾਮ ਚੰਦਰ ਜੀ ਨੇ ਲੰਕਾ ਦਾ ਰਾਜ ਦਿਵਾਇਆ ਸੀ। ਉਹ ਵੀ ਰਾਖਸ਼ਾਂ ਦੀ ਕੁਲ ਵਿੱਚੋਂ, ਰਾਵਣ ਵੀ, ਪਰ ਭਬੀਖਣ ਜਿਹੜਾ ਹੈ ਉਹ ਭਗਤ ਹੋਇਆ ਹੈ। ਬਿਦਰ ਸੋ ਵਿਖਲੀ ਪਤ ਸਰਣਾਈ। ਇਸੇ ਤਰ੍ਹਾਂ ਬਿਦਰ ਜੋ ਦਾਸੀ ਦਾ ਪੁੱਤਰ ਸੀ, ਔਰ ਵਿਖਲੀ ਪਤ
ਜਿਹੜੀ ਵੇਸ਼ਵਾ ਗਨਕਾ, ਇਹ ਸਾਰੇ ਰੱਬ ਦੀ ਸ਼ਰਨ ਵਿੱਚ ਆਏ ਹੈ। ਧੰਨਾ ਜੱਟ ਵਖਾਣੀ ਐ, ਸਦਨਾ ਜਾਤ ਅਜਾਤ ਕਸਾਈ। ਭਗਤ ਧੰਨਾ ਉਹ ਜੱਟ ਕਹੀਦਾ ਹੈ, ਔਰ ਇਸੇ ਤਰ੍ਹਾਂ ਭਗਤ ਸਦਨਾ ਜਾਤ ਅਜਾਤ ਕਸਾਈ, ਜਾਤਾਂ ਵਿੱਚੋਂ ਨੀਚ ਜਾਤ ਵਾਲਾ ਕਸਾਈ ਹੋਇਆ ਹੈ। ਇਹ ਸੰਸਾਰ ਦੇ ਲੋਕ ਕਹਿੰਦੇ ਹੈ। ਇਹ ਨਾ ਸਮਝ ਲਿਓ ਵੀ ਭਾਈ ਗੁਰਦਾਸ ਸਾਹਿਬ ਕਹਿ ਰਹੇ ਵੀ ਫਲਾਣਾ ਨੀਚ ਜਾਤ ਦਾ। ਭਗਤ ਕਬੀਰ ਜੁਲਾਹੜਾ, ਨਾਮਾ ਛੀਂਬਾ ਹਰ ਗੁਣ ਗਾਈ। ਭਗਤ ਕਬੀਰ ਜੀ ਉਹ ਜੁਲਾਹਿਆਂ ਚੋਂ ਹੋਏ ਹੈ। ਨਾਮਾ ਛੀਂਬਾ, ਭਗਤ ਨਾਮਦੇਵ ਜੀ ਛੀਂਬਿਆਂ ਚੋਂ ਹੋਏ ਹੈ। ਹਰ ਗੁਣ ਗਾਈ, ਇਹਨਾਂ ਸਾਰਿਆਂ ਨੇ ਹਰੀ ਦੇ ਗੁਣ ਗਾਏ ਹਨ। ਕੁਲ ਰਵਿਦਾਸ ਚਮਾਰ ਹੈ, ਸੈਣ ਸਨਾਤੀ ਅੰਦਰ ਨਾਈ। ਭਗਤ ਰਵਿਦਾਸ ਜੀ ਚਮਾਰਾਂ ਦੀ ਕੁਲ ਵਿੱਚੋਂ ਹੋਏ ਹੈ। ਸੈਣ ਸਨਾਤੀ ਅੰਦਰ ਨਾਈ, ਅਤੇ ਭਗਤ ਸੈਣ ਜੀ ਨੀਚ ਜਾਤ ਦੇ ਨਾਈ ਕਹੇ ਜਾਂਦੇ, ਉਹਨਾਂ ਵਿੱਚ ਹੋਏ ਹੈ। ਕੋਇਲ ਪਾਲੈ ਕਾਵਣੀ, ਅੰਤ ਮਿਲੈ ਆਪਣੇ ਕੁਲ ਜਾਈ। ਹੁਣ ਦ੍ਰਿਸ਼ਟਾਂਤ ਦੇ ਕਰਕੇ ਭਾਈ ਗੁਰਦਾਸ ਜੀ ਸਮਝਾਉਂਦੇ ਹੈ, ਕੋਇਲ ਪਾਲੈ ਕਾਵਣੀ। ਜਿਵੇਂ ਕਾਵਣੀ ਕਾਂ ਅਤੇ ਦੂਜੀ ਕਾਵਣੀ, ਜਿਹੜੀ ਕਾਉਣੀ ਹੈ ਉਹ ਕੋਇਲ ਨੂੰ ਆਪਣੀ ਅੰਸ਼ ਜਾਣ ਕੇ, ਆਪਣਾ ਬੱਚਾ ਜਾਣ ਕੇ ਪਾਲਦੀ ਹੈ। ਅੰਤ ਮਿਲੈ ਆਪਣੇ ਕੁਲ ਜਾਈ, ਪਰ ਉਹ ਅੰਤ ਨੂੰ ਆਪਣੇ ਮਾਪਿਆਂ ਦੀ ਬੋਲੀ ਨੂੰ ਸੁਣ ਕੇ ਕੋਇਲਾਂ ਦੀ ਕੁਲ ਵਿੱਚ ਜਾ ਕੇ ਮਿਲਦੀ ਹੈ। ਕੋਇਲ ਜਿਹੜੀ ਕਾਉਣੀ ਦਾ ਆਲ੍ਹਣਾ ਹੁੰਦਾ ਉੱਥੇ ਆਪਣੇ ਆਂਡੇ ਰੱਖ ਦਿੰਦੀ ਹੈ, ਕਾਮਣੀ ਪਾਲਦੀ ਹੈ। ਉਹ ਬੱਚੇ ਨਿਕਲਦੇ ਆਂਡਿਆਂ 'ਚੋਂ, ਉਹ ਜਦੋਂ ਕੋਇਲ ਦੀ ਬੋਲੀ ਸੁਣਦੇ ਉਹਦੇ ਵਿੱਚ ਜਾ ਰਲਦੇ ਹੈ। ਕਿਸਨ ਜਸੋਦਾਂ ਪਾਲਿਆ, ਵਾਸਦੇਵ ਕੁਲ ਕਵਲ ਸਦਾਈ। ਕਿਸਨ ਜਸੋਦਾਂ ਪਾਲਿਆ, ਕ੍ਰਿਸ਼ਨ ਜੀ ਨੂੰ ਜਸੋਦਾ ਨੇ 12 ਵਰ੍ਹੇ ਪਾਲਿਆ ਸੀ। ਜਸੋਦਾ ਗਵਾਲਿਆਂ ਵਿੱਚੋਂ ਸੀ, ਗੁਜਰੀ ਸੀ। ਕ੍ਰਿਸ਼ਨ ਜੀ ਨੂੰ ਜਸ਼ੋਦਾ ਨੇ ਪਾਲਿਆ, ਵਾਸਦੇਵ ਕੁਲ ਕਵਲ ਸਦਾਈ। ਪਰ ਵਾਸਦੇਵ ਦੀ ਕੁਲ ਦਾ ਉਹ ਕਵਲ ਕਹਿਲਾਏ। ਕੁਲ ਤਾਂ ਉਹਨਾਂ ਦੀ ਨਹੀਂ ਬਦਲੀ, ਵਾਸਦੇਵ ਦੀ ਕੁਲ ਵਿੱਚ ਰਹੇ। ਭਾਵੇਂ ਜਸੋਦਾ ਜਿਹੜੀ ਗੁਜਰੀ ਸੀ ਉਸਨੇ ਪਾਲਣਾ ਕੀਤਾ। ਸੋ ਇਸੇ ਤਰ੍ਹਾਂ ਘੇ ਭਾਂਡਾ ਨਾ ਵਿਚਾਰੀਐ, ਭਗਤਾਂ ਜਾਤ ਸਨਾਤ ਨਾ ਕਾਈ। ਭਾਈ ਗੁਰਦਾਸ ਸਾਹਿਬ ਜੀ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ, ਕਹਿੰਦੇ ਘੇ ਭਾਂਡਾ ਨਾ ਵਿਚਾਰੀਐ। ਜਿਹੜਾ ਘਿਓ ਵਾਲਾ ਭਾਂਡਾ ਨਾ, ਉਸ ਦੀ ਕੋਈ ਵਿਚਾਰ ਨਹੀਂ ਕਰਦਾ। ਲੋਕੀ ਘਿਓ ਵੇਖਦੇ ਆ ਵੀ ਸ਼ੁੱਧ ਹੈ, ਇਹ ਨਹੀਂ ਵਹਿੰਦੇ ਵੀ ਇਹ ਕਿਹੜੇ ਭਾਂਡੇ ਵਿੱਚ ਹੈ, ਕਾਂਸੀ ਦੇ, ਤਾਂਬੇ ਦੇ, ਪਿੱਤਲ ਵਿੱਚ ਹੈ, ਸੋਨੇ ਚਾਂਦੀ ਦੇ ਜਾਂ ਪਲਾਸਟਿਕ ਦੇ ਡੱਬੇ 'ਚ ਹੀ ਹੈ। ਲੋਕੀ ਕੀ ਵੇਖ, ਘਿਓ ਦੀ ਸ਼ੁੱਧਤਾ ਵੇਖਦੇ ਆ, ਭਾਂਡੇ ਨੂੰ ਕੋਈ ਨਹੀਂ ਵੇਖਦਾ। ਸਰੀਰ ਨੂੰ ਨਹੀਂ ਵੇਖਿਆ ਜਾਂਦਾ। ਪਰਮੇਸ਼ਰ ਦਾ ਪਿਆਰਾ ਭਗਤ ਜਿਹੜਾ ਨਾ, ਕਿਸ ਸਰੀਰ ਵਿੱਚ, ਕਿਹੜੀ ਜਾਤ ਵਿੱਚ, ਕਿਹੜੀ ਕੁਲ ਵਿੱਚ, ਇਹ ਨਹੀਂ ਵੇਖਿਆ ਜਾਂਦਾ। ਘਿਓ ਦੀ ਸ਼ੁੱਧਤਾ ਵੇਖੀ ਜਾਂਦੀ ਹੈ, ਭਾਂਡਾ ਨਹੀਂ ਦੇਖਿਆ ਜਾਂਦਾ। ਇਸੇ ਤਰ੍ਹਾਂ ਪਵਿੱਤਰ ਆਤਮਾ ਜੋ ਹੈ, ਪਾਕ ਹੋਇਆ ਮਨ, ਉਹਨੂੰ ਵੇਖਿਆ ਜਾਂਦਾ। ਇਹਦਾ ਮਨ ਕਿੰਨਾ ਕੁ ਪਵਿੱਤਰ ਹੈ, ਰੱਬ ਦੀ ਬੰਦਗੀ ਕਰਨ ਵਾਲਾ, ਇਹ ਨਹੀਂ ਵੇਖਿਆ ਜਾਂਦਾ। ਇਹ ਚਮਾਰ ਜਾਤ ਕਹਿਣ ਵਾਲੀ, ਉਹਦੇ ਵਿੱਚ ਬਾਬਾ ਰਵਿਦਾਸ ਹਨ, ਜਾਂ ਸ਼ੀਂਬਿਆਂ ਵਿੱਚੋਂ ਨੇ ਬਾਬਾ ਨਾਮਦੇਵ। ਜਾਤ ਨੂੰ ਤਾਂ ਪਾਸੇ ਛੱਡ ਦਿਓ, ਭਾਂਡੇ ਨੂੰ ਪਾਸੇ ਕਰ ਦਈਦਾ ਹੈ। ਘਿਓ ਦੀ ਸ਼ੁੱਧਤਾ ਚਾਹੀਦੀ ਸੰਸਾਰ ਨੂੰ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਸਤਿਗੁਰੂ ਦਾ ਬਚਨ ਹੈ। ਤਿਲੰਗ ਰਾਗ ਦੀ ਜਦੋਂ ਸ਼ੁਰੂ ਹੁੰਦਾ ਹੈ, ਮਹਾਰਾਜ ਦਾ ਦੂਜਾ ਸ਼ਬਦ ਹੈ, ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚਰਣਾ, ਚੰਦਨ ਭਗਤਾਂ ਜੋਤ ਇਨੇਹੀ, ਸਰਬੇ ਪਰਮਲ ਕਰਣਾ। ਘੇ ਪਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮਹਿ ਹੋਏ, ਤੇਰੇ ਨਾਮ ਨਿਵੇ ਰਹੇ ਲਿਵ ਲਾਏ, ਨਾਨਕ ਤਿੰਦਰ ਭੀਖਿਆ ਪਾਏ।
ਕੇਸਰ, ਕੁਸਮ ਫੁੱਲ, ਮਿਰਗ ਮੈਂ ਕਸਤੂਰੀ ਤੇ ਹਰਣਾ ਸੋਨਾ। ਮਹਾਰਾਜ ਕਹਿੰਦੇ ਸੋਨਾ, ਕਸਤੂਰੀ, ਕੇਸਰ ਤੇ ਫੁੱਲ, ਇਹਨਾਂ ਦੀ ਭਿੱਟ ਕੋਈ ਨਹੀਂ ਜੇ ਮੰਨਦਾ, ਕੋਈ ਨਹੀਂ ਇਹਨਾਂ ਦੀ ਭਿੱਟ ਮੰਨਦਾ। ਇਹ ਕਸਤੂਰੀ ਨੂੰ, ਇਹਨਾਂ ਫੁੱਲਾਂ ਨੂੰ, ਇਹ ਕਿੱਥੋਂ ਕਿੱਥੋਂ ਆਏ, ਕਿੰਨੇ ਕਿੰਨੇ ਹੱਥ ਲਾਏ, ਕੋਈ ਨਹੀਂ ਭਿੱਟ ਮੰਨਦਾ। ਇਸੇ ਤਰ੍ਹਾਂ ਚੰਦਨ ਭਗਤਾਂ ਜੋਤ ਇਨੇਹੀ ਸਰਬੇ ਪਰਮਲ ਕਰਨਾ। ਰੱਬ ਦੇ ਪਿਆਰੇ ਭਗਤ ਚੰਦਨ ਵਰਗੇ ਨੇ, ਸਾਰਿਆਂ ਨੂੰ ਸੁਗੰਧਿਤ ਕਰ ਦਿੰਦੇ ਐ ਚੰਦਨ ਵਾਂਗ। ਘਿਆ ਪਟ ਭਾਂਡਾ ਕਹਿ ਨਾ ਕੋਏ, ਘਿਓ ਤੇ ਪਟ ਜੋ ਰੇਸ਼ਮ ਦਾ ਕੱਪੜਾ ਹੈ, ਉਹਦੀ ਵੀ ਕੋਈ ਭਿੱਟ ਨਹੀਂ ਮੰਨਦਾ। ਆਪਾਂ ਕਿਹੜਾ ਪੁੱਛਦੇ ਘਿਓ ਕਿੰਨਾ ਕਿੰਨਾ ਹੱਥਾਂ ਵਿੱਚੋਂ ਹੋ ਕੇ ਆਇਆ, ਕਿਹਦੇ ਕਿਹਦੇ ਹੱਥ ਲੱਗੇ ਨੇ, ਇਹ ਕੱਪੜਾ ਕਿੱਥੋਂ ਬਣਿਆ, ਕਿਹਦੇ ਹੱਥਾਂ ਵਿੱਚੋਂ ਲੰਘ ਕੇ ਆਇਆ, ਕਿ ਕੌਣ ਨੀਵੀਂ ਜਾਤ ਦਾ, ਕੌਣ ਉੱਚੀ ਜਾਤ ਦਾ, ਕਿਹਨੇ ਹੱਥ ਲਾਏ। ਇਹ ਚੀਜ਼ਾਂ ਨਹੀਂ, ਇਹਨਾਂ ਦੀ ਭਿੱਟ ਨਹੀਂ ਮੰਨਦਾ ਕੋਈ ਵੀ। ਰੱਬ ਦੇ ਪਿਆਰੇ ਜਿਹੜੇ ਨੇ ਉਹ ਬੰਦਗੀ ਕਰਦੇ ਨੇ। ਜਿਵੇਂ ਘਿਓ ਦਾ ਭਾਂਡਾ ਨਹੀਂ ਵਿਚਾਰਿਆ ਜਾਂਦਾ, ਭਗਤਾਂ ਜਾਤ ਸਨਾਤ ਨਾ ਕਾਈ। ਭਗਤਾਂ ਦੀ ਕੋਈ ਉੱਚੀ ਨੀਵੀਂ ਜਾਤ ਨਹੀਂ ਹੁੰਦੀ। ਚਰਨ ਕਵਲ ਸਤਿਗੁਰ ਸਰਣਾਈ। ਸੋ ਜਿਹੜੇ ਸਤਿਗੁਰੂ ਦੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਰਹਿੰਦੇ ਐ, ਉਹ ਪਰਮ ਪਦਵੀ ਨੂੰ ਪਾ ਲੈਂਦੇ ਐ, ਪਰਮ ਧਾਮ ਦੇ ਵਿੱਚ ਪਹੁੰਚ ਜਾਂਦੇ ਐ। ਇਸ ਲਈ ਰੱਬ ਦੇ ਪਿਆਰਿਆਂ ਦੀ ਕੋਈ ਜਾਤ ਉੱਚੀ, ਕੋਈ ਨੀਵੀਂ ਜਾਤ ਨਹੀਂ ਹੁੰਦੀ। ਭਗਤ ਭਗਤ ਹੁੰਦਾ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅਗਾਂਹ ਵਾਸਤੇ ਸੁਮਤ ਬਖਸ਼ਣੀ। ਘਿਆ ਭਾਂਡਾ ਨਾ ਵਿਚਾਰੀਐ, ਭਗਤਾ ਜਾਤ ਸਨਾਤ ਨ ਕਾਈ। ਚਰਨ ਕਵਲ ਸਤਿਗੁਰ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।